ਧੰਨ ਵਾਹਿਗੁਰੂ ਜੀਓ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ। ਗਹਿਰੀ ਕਰਕੈ ਨੀਂਵ ਖੁਦਾਈ, ਉਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰੇਣ ਧਾਰ ਮੂੰਡ ਬਲਾਏ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ। ਬਿਨ ਸਜਾਏ ਝੂਠੀ ਦੇਹੀ, ਰਹਾਉ। ਮੇਰੀ ਮੇਰੀ ਕੈਰੋਂ ਕਰਤੇ, ਦੁਰਯੋਧਨ ਸੇ ਭਾਈ। 12 ਜੋਜਨ ਸ਼ਤਰ ਚਲੈ ਥਾ, ਦੇਹੀ ਗਿਰਜ ਨ ਖਾਈ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ। ਕਹਾ ਭਇਓ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। ਦੁਰਬਾਸ਼ਾ ਸਿਉ ਕਰਤ ਠਗੌਰੀ, ਜਾਦਵ ਈ ਫਲ ਪਾਏ। ਕਿਰਪਾ ਕਰੀ ਜਨ ਅਪੁਨੇ ਉਪਰ, ਨਾਮ ਦਿਓ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਨਾਲ ਸਾਂਝ ਬਣਾ ਕੇ ਆਪ ਜੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਸੀ। ਭਗਤ ਨਾਮਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਪਾਵਨ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਜੋ ਰੋਜ਼ਾਨਾ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 692-93 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਸਿਰਲੇਖ ਹੈ, ਇਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਮੰਗਲਾਚਰਨ ਸਤਿਗੁਰਾਂ ਨੇ ਦਰਜ ਕੀਤਾ ਹੈ। ਉਹ ਪਰਿਪੂਰਨ ਪਰਮੇਸ਼ਰ ਪ੍ਰਭੂ ਇੱਕ ਹੈ। ਇੱਕ ਰਸ ਨਿਰੰਤਰ ਸਮੁੱਚੀ ਕੁਦਰਤ ਆਪਣੀ ਸਿਰਜਣਾ ਦੇ ਵਿੱਚ ਵਿਆਪਕ ਵਿਦਮਾਨ ਸਮਾਇਆ ਹੋਇਆ ਹੈ। ਉਸ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ। ਸੱਚੇ ਗੁਰੂ ਦੇ ਅਨੁਭਵ ਉਪਦੇਸ਼ ਗਿਆਨ ਨਾਲ ਸਾਂਝ ਬਣਾ ਕੇ ਜੀਵ ਨੂੰ ਉਸ ਪਰਮੇਸ਼ਰ ਦਾ ਅਹਿਸਾਸ ਹੁੰਦਾ ਹੈ, ਸੋਝੀ ਹੁੰਦੀ ਹੈ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦਾਂ ਦੀ ਆਰੰਭਤਾ ਹੈ। ਇਸ ਰਾਗ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਦੇ ਕੁੱਲ 5 ਸ਼ਬਦ ਦਰਜ ਹਨ, ਸੁਭਾਇਮਾਨ ਹਨ। ਇਹ ਪਹਿਲਾ ਸ਼ਬਦ ਹੈ ਜਿਸ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ। ਰਹਾਉ ਦਾ ਬੰਧ ਹੈ, ਹਮਰੋ ਕਰਤਾ ਰਾਮ ਸਨੇਹੀ। ਸਨੇਹੀ ਦਾ ਭਾਵ ਹੁੰਦਾ ਹੈ ਪ੍ਰੇਮ ਕਰਨ ਵਾਲਾ, ਜੋ ਸਾਡੇ ਨਾਲ ਮੁਹੱਬਤ ਰੱਖਦਾ ਹੈ, ਜਿਸ ਦੀ ਸਾਡੇ ਨਾਲ ਪ੍ਰੇਮ ਦੀ ਸਾਂਝ ਹੁੰਦੀ ਹੈ। ਦੁੱਖ ਅਤੇ ਸੁੱਖ ਦੇ ਵਿੱਚ ਉਹੀ ਸਾਡੀ ਬੌੜੀ ਕਰਦਾ ਹੈ।
ਉਹੀ ਸਾਡਾ ਅਸਲ ਸਾਥੀ ਹੁੰਦਾ ਹੈ। ਉਹ ਸਾਡੇ ਔਗਣਾਂ ਨੂੰ ਵੀ ਬਖਸ਼ਦਾ ਹੈ, ਸਾਡੇ ਗੁਣਾਂ ਨੂੰ ਮਾਣ ਵੀ ਦਿੰਦਾ ਹੈ ਅਤੇ ਸਾਡੇ ਅੰਦਰੋਂ ਕਮੀਆਂ ਤੇ ਔਗਣ ਦੂਰ ਕਰਨ ਦਾ ਯਤਨ ਵੀ ਕਰਦਾ ਰਹਿੰਦਾ ਹੈ। ਜਦੋਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਸਨੇਹੀ ਪਿਆਰੇ ਦਾ ਜੋ ਸੁਭਾਅ ਬਿਆਨ ਕੀਤਾ ਉਹ ਇਹ ਹੈ, ਡਿੱਗਿਆਂ ਹੋਇਆਂ ਨੂੰ ਉਠਾਉਣ ਵਾਲਾ, ਭਾਵ ਪਤਿਤ ਪਾਵਨ। ਭਗਤ ਵਛਲ ਤੋਂ ਭਾਵ ਹੈ ਸਾਡੀ ਨੇਕੀ ਤੇ ਚੰਗਿਆਈ ਨੂੰ ਸਨਮਾਨਣ ਵਾਲਾ। ਸਾਡੇ ਅੰਦਰ ਗੁਣ ਵੱਧਦੇ ਵੇਖ ਕੇ ਉਹ ਪ੍ਰਸੰਨ ਹੁੰਦਾ ਹੈ ਤੇ ਸਾਡੇ ਅੰਦਰ ਦੇ ਔਗਣਾਂ ਨੂੰ ਦੂਰ ਕਰਨ ਵਾਸਤੇ ਹਰ ਵੇਲੇ ਹੀ ਉਹ ਤਤਪਰ ਰਹਿੰਦਾ ਹੈ। ਸਿਆਣਿਆਂ ਦਾ ਕਥਨ ਹੈ, ਉਹ ਤੁਹਾਡਾ ਅਸਲ ਮਿੱਤਰ ਕਤਈ ਨਹੀਂ ਹੋ ਸਕਦਾ ਜਿਹੜਾ ਤੁਹਾਡੇ ਗੁਣਾਂ ਦੇ ਨਾਲ ਈਰਖਾ ਕਰਦਾ ਹੋਵੇ ਅਤੇ ਤੁਹਾਡੇ ਔਗਣਾਂ ਦੇ ਉੱਤੇ ਖੁਸ਼ ਹੁੰਦਾ ਹੋਵੇ। ਇਹਦਾ ਭਾਵ ਹੈ ਉਹ ਤੁਹਾਡੇ ਅੰਦਰ ਚੰਗਿਆਈ ਵੇਖਣ ਦਾ ਇੱਛਾਵਾਨ ਨਹੀਂ, ਉਹ ਤੁਹਾਨੂੰ ਚੰਗੇ ਬਣਿਆ ਹੋਇਆ ਨਹੀਂ ਵੇਖਣਾ ਚਾਹੁੰਦਾ। ਅਸਲ ਮਿੱਤਰ ਕੌਣ ਹੈ, ਅਸਲ ਸਨੇਹੀ ਕੌਣ ਹੈ, ਅਸਲ ਪਿਆਰਾ ਕੌਣ ਹੈ? ਜੋ ਤੁਹਾਡੇ ਅੰਦਰ ਦੀ ਚੰਗਿਆਈ ਨੂੰ ਤਹਿ ਦਿਲੋਂ ਸਨਮਾਨ ਦਿੰਦਾ, ਉਹਨੂੰ ਵਡਿਆਉਂਦਾ, ਜਿਹੜਾ ਤੁਹਾਡੇ ਅੰਦਰ ਦੇ ਔਗਣਾਂ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਹਦਾਇਤ, ਪਿਆਰ ਤੇ ਤਾੜਨਾ ਵੀ ਕਰਦਾ, ਜਿਹੜਾ ਸਾਡੇ ਦੁੱਖ ਵੇਲੇ ਵੀ ਸਾਨੂੰ ਸਾਡੇ ਨਾਲ ਖੜ ਕੇ ਹੌਸਲਾ, ਧੀਰਜ ਬਖਸ਼ਦਾ, ਸਾਡੀ ਖੁਸ਼ੀ ਦੇ ਵਿੱਚ ਜਿਹੜਾ ਖੁਸ਼ ਹੋ ਜਾਂਦਾ। ਜਦੋਂ ਭਗਤ ਨਾਮਦੇਵ ਸਾਹਿਬ ਉਸ ਪਰਮੇਸ਼ਰ ਨੂੰ ਸਨੇਹੀ ਆਖਦੇ ਨੇ ਤੇ ਉੱਥੇ ਪਰਮੇਸ਼ਰ ਦੇ ਇਹਨਾਂ ਗੁਣਾਂ ਕਰਕੇ ਉਸ ਨੂੰ ਪਿਆਰਾ, ਉਸ ਨੂੰ ਸਨੇਹੀ ਬਿਆਨ ਕਰਦੇ ਹਨ। ਤੇ ਨਾਲ ਉਹਨਾਂ ਨੇ ਇੱਕ ਹੋਰ ਸ਼ਬਦ ਵਰਤਿਆ ਹੈ, ਹਮਰੋ ਕਰਤਾ। ਮੇਰਾ ਅਸਲ ਸਾਥੀ ਉਹ ਕਰਤਾ ਹੈ, ਸਿਰਜਣਹਾਰ ਪਰਮੇਸ਼ਰ, ਜੋ ਸਾਰੀ ਕੁਦਰਤ ਨੂੰ ਤੇ ਮੈਨੂੰ ਖੁਦ ਨੂੰ ਵੀ ਰਚਣ ਵਾਲਾ ਹੈ। ਤੋ ਮੇਰਾ ਐਸਾ ਸਨੇਹੀ ਹੈ ਜਿਹੜਾ ਮੈਨੂੰ ਪਤਿਤ ਨੂੰ ਵੀ ਪਾਵਨ ਕਰਦਾ। ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਸਮਗਰ ਬਾਣੀ ਦੇ ਵਿੱਚ ਉਸ ਪਿਆਰੇ ਪਰਮੇਸ਼ਰ ਦਾ ਜਿਹੜਾ ਗੁਣ, ਇਹ ਦੋ ਗੁਣ ਬੜੇ ਮੁੱਖ ਤੌਰ ਦੇ ਉੱਤੇ ਕਥਨ ਕੀਤੇ ਨੇ। ਭਗਤ ਵਛਲ, ਭਗਤੀ ਭਾਵ ਨੂੰ ਪਿਆਰ ਕਰਨ ਵਾਲਾ, ਤੇ ਪਤਿਤ ਪਾਵਨ, ਪਤਿਤ ਨੂੰ ਡਿੱਗੇ ਹੋਏ ਨੂੰ ਉਠਾਉਣ ਵਾਲਾ, ਪਵਿੱਤਰ ਕਰਨ ਵਾਲਾ। ਸੰਸਾਰ ਵਿੱਚ ਆਪਾਂ ਆਮ ਕਿਸ ਸੁਭਾਅ ਦੇ ਧਾਰਨੀ ਹੁੰਦੇ ਹਾਂ। ਜਿਹੜਾ ਮਨੁੱਖ ਤੇ ਮਾਣ ਸਨਮਾਨ ਲਈ ਬੈਠਾ ਹੋਵੇ ਉਹਦੇ ਨੇੜੇ ਸਾਰੇ ਹੀ ਜਾਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹਦੇ ਨੇੜੇ ਹੋਣ ਦੇ ਵਿੱਚ ਸਾਡੀ ਵੀ ਵਡਿਆਈ ਵੱਧਦੀ ਹੈ, ਸਾਨੂੰ ਵੀ ਮਾਣ ਮਿਲਦਾ ਹੈ ਵੀ ਇਸ ਬੰਦੇ ਦੀ ਸਾਂਝ ਬੜੇ ਚੰਗੇ ਇਨਸਾਨ ਨਾਲ ਹੈ, ਬਹੁਤ ਵੱਡੇ ਇਨਸਾਨ ਨਾਲ ਹੈ। ਜਿਹੜਾ ਮਨੁੱਖ ਔਗਣਾਂ ਦੇ ਵਿੱਚ ਗਲਤਾਨ ਹੋ ਜਾਏ ਜਾਂ ਕਿਸੇ ਕਾਰਨ ਜੀਵਨ ਪੰਧ ਵਿੱਚ ਥਿੜਕ ਜਾਏ, ਜਾਂ ਇਉਂ ਕਹਿ ਲਓ ਜਿਹੜਾ ਪਛੜ ਜਾਏ ਕਿਸੇ ਵੀ ਪਹਿਲੂ ਦੇ ਵਿੱਚ, ਆਮ ਤੌਰ 'ਤੇ ਅਸੀਂ ਉਸ ਨਾਲੋਂ ਤੋੜ ਵਿਛੋੜਾ ਕਰਦੇ ਹਾਂ, ਉਸ ਨਾਲ ਖਲੋਣਾ ਪਸੰਦ ਨਹੀਂ ਕਰਦੇ, ਉਸ ਦੇ ਨੇੜੇ ਹੋਣਾ ਪਸੰਦ ਨਹੀਂ ਕਰਦੇ, ਕਿਉਂਕਿ ਸਾਨੂੰ ਇਹ ਸਦਾ ਹੀ ਖਤਰਾ ਰਹਿੰਦਾ ਹੈ ਵੀ ਵੇਖਣ ਵਾਲੇ ਸਾਨੂੰ ਜੱਜ ਕਰਨਗੇ, ਇਹ ਨਤੀਜਾ ਕੱਢਣਗੇ ਵੀ ਇਹ ਬੜੇ ਨਖਿੱਧ ਬੰਦਿਆਂ ਨਾਲ ਇਸ ਦੀ ਸਾਂਝ ਹੈ, ਬਹਿਣ ਖਲੋਣ ਹੈ, ਇਹ ਤਾਂ ਬੜੇ ਗਰੀਬੜੇ, ਬੜੇ ਲਾਚਾਰ, ਬੜੇ ਕਮਜ਼ੋਰ ਕਿਸਮ ਦੇ ਬੰਦਿਆਂ ਦੇ ਨਾਲ ਇਸ ਦੀ ਸਾਂਝ ਹੈ, ਇਹ ਵੀ ਇਹੋ ਜਿਹਾ ਹੀ ਹੋਏਗਾ। ਪਰ ਨਹੀਂ, ਉੱਚੀ ਸੁਰਤ ਵਾਲਿਆਂ ਦਾ ਜੀਵਨ ਕੁਝ ਵੱਖਰੇ ਢੰਗ ਦਾ ਹੁੰਦਾ। ਜਦੋਂ ਅਸੀਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦਾ ਪਾਵਨ ਜੀਵਨ ਪੜ੍ਹਦੇ ਹਾਂ, ਉਹਨਾਂ ਦੇ ਜੀਵਨ 'ਚ ਤੁਸੀਂ ਦੋ ਇਹ ਖੂਬੀਆਂ ਜੋ ਰੱਬ ਦੀਆਂ ਖੂਬੀਆਂ ਨੇ, ਉਹਨਾਂ ਦੇ ਪਿਆਰਿਆਂ ਵਿੱਚ ਵੀ ਉਹੀ ਖੂਬੀਆਂ ਹੋਣਗੀਆਂ। ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਮਾਣ ਦਿੰਦੇ ਨੇ ਕਿਉਂਕਿ ਉਹ ਚੰਗਾ ਹੈ, ਉਹ ਨੇਕ ਹੈ, ਉਹਦੇ ਨਾਲ ਵੀ ਖਲੋਂਦੇ ਨੇ। ਭਾਈ ਲਾਲੋ ਦੇ ਜੀਵਨ ਦੇ ਦੋ ਪਹਿਲੂ ਨੇ, ਧਰਮ ਅਸੂਲ, ਕਰਮ ਤੇ ਵਿਹਾਰ ਕਰਕੇ ਉਹ ਸੱਚਾ ਤੇ ਸੁੱਚਾ ਇਨਸਾਨ ਹੈ, ਪਰ ਸਮਾਜਿਕ ਤੌਰ ਦੇ ਉੱਤੇ ਉਹ ਪਛੜਿਆ ਹੋਇਆ ਇਨਸਾਨ ਹੈ। ਮਹਾਰਾਜ ਨੇ ਉਸ ਨੂੰ ਉਸ ਦੇ ਵਿਹਾਰ, ਉਸ ਦੇ ਅਸੂਲ, ਉਸ ਦੇ ਧਰਮ ਕਰਕੇ ਸਨਮਾਨ ਤੇ ਮਾਣ ਦਿੱਤਾ ਹੈ। ਸਮਾਜਿਕ ਤੌਰ ਦੇ ਉੱਤੇ ਉਹ ਗਰੀਬੀ ਅਤੇ ਬਿਰਾਦਰੀ ਕਰਕੇ ਪਛੜਿਆ ਹੈ ਤੇ ਸਤਿਗੁਰੂ ਉਹਦੇ ਨਾਲ ਖਲੋ ਗਏ, ਆਖੇ ਪਛੜਿਆ ਹੋਇਆ ਨਹੀਂ, ਮਤ ਕੋਈ ਇਸ ਨੂੰ ਲਾਚਾਰ ਸਮਝੋ, ਇਹ ਸਭ ਤੋਂ ਉੱਤਮ ਦਰਜੇ ਦਾ, ਅਵਲ ਦਰਜੇ ਦਾ ਇਨਸਾਨ ਹੈ, ਜਿਹੜਾ ਆਪਣੀ ਕਿਰਤ ਕਮਾਈ ਕਰਕੇ ਬਿਨਾਂ ਕਿਸੇ ਦਾ ਹੱਕ ਮਾਰਿਆਂ, ਬਿਨਾਂ ਕਿਸੇ ਦੇ ਜੀਵਨ ਵਿੱਚ ਦਖਲ ਪੈਦਾ ਕੀਤਿਆਂ, ਬਿਨਾਂ ਕਿਸੇ ਨੂੰ ਤਕਲੀਫ ਦਿੱਤਿਆਂ ਆਪਣੇ ਜੀਵਨ ਦਾ ਨਿਰਵਾਹ ਪੂਰਨ ਇਮਾਨਦਾਰੀ ਤੇ ਹੱਕ ਸੱਚ ਦੀ ਕਿਰਤ ਨਾਲ ਕਰਦਾ। ਹੁਣ ਸਤਿਗੁਰੂ ਮਹਾਰਾਜ ਨੇ ਇੱਕ ਤਾਂ ਇਹ ਪਹਿਲੂ ਹੈ
ਵੀ ਭਲੇ ਇਨਸਾਨ ਨੂੰ ਸਤਿਗੁਰੂ ਉਹਦੇ ਨਾਲ ਖਲੋਂਦੇ ਨੇ, ਮਾਣ ਦਿੰਦੇ ਨੇ। ਵੀ ਭਲਾਈ ਨੂੰ ਮਾਣ ਦੇਣਾ ਜਿਹੜਾ ਹੈ, ਇਹ ਵੀ ਬੜੀ ਵੱਡੀ ਖੂਬੀ ਹੈ, ਪਰਮੇਸ਼ਰ ਦੀ ਖੂਬੀ। ਇਹ ਰੱਬੀ ਗੁਣ ਹੈ ਵੀ ਜੋ ਚੰਗਾ ਹੈ ਉਸ ਨੂੰ ਚੰਗਾ ਕਹਿਣ ਤੋਂ ਕਦੇ ਗੁਰੇਜ਼ ਨਾ ਕਰੋ। ਜਿੱਥੇ ਕੋਈ ਸਹੀ ਤੁਹਾਨੂੰ ਕਾਰਜ ਕਰਦਾ ਨਜ਼ਰ ਆਉਂਦਾ, ਕਿਸੇ ਵਿੱਚ ਖੂਬੀ ਹੈ। ਆਪਣੇ ਘਰਾਂ ਵਿੱਚ ਬੱਚੇ ਨੇ, ਬੱਚੇ ਜਦੋਂ ਕੋਈ ਚੰਗਾ ਕੰਮ ਕਰਦੇ ਨੇ ਤੇ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਸਾਡੇ ਪਰਿਵਾਰ ਦੇ ਜੀ ਸਾਨੂੰ ਐਪਰੀਸ਼ੀਏਟ ਕਰਨਗੇ, ਔਰ ਆਪਾਂ ਕਰਦੇ ਵੀ। ਆਪਾਂ ਉਹਨਾਂ ਦਾ ਹੌਸਲਾ ਵਧਾਉਂਦੇ, ਸ਼ਾਬਾਸ਼ ਦਿੰਦੇ ਹਾਂ। ਉਹ ਕਿਸ ਵਾਸਤੇ ਹੁੰਦਾ ਵੀ ਇਹਨਾਂ ਦੇ ਅੰਦਰ ਹੋਰ ਇੱਛਾ ਪੈਦਾ ਹੋਵੇ ਚੰਗਾ ਕਰਨ ਦੀ, ਇਹਨਾਂ ਦੇ ਅੰਦਰ ਹੋਰ ਸੁਭਾਅ ਪੈਦਾ ਹੋਵੇ ਵੀ ਇਹ ਹੋਰ ਅੱਗੇ ਵਧਣ, ਚੰਗੇ ਕੰਮ ਵਾਸਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਅੰਦਰੋਂ ਮਾਦਾ ਪੈਦਾ ਕਰਨਾ, ਉਹਨਾਂ ਅੰਦਰੋਂ ਭਾਵਨਾ ਜਿਹੜੀ ਪੈਦਾ ਹੋਈ ਚੰਗਾ ਕੰਮ ਕਰਨ ਦੀ, ਜੇ ਤੁਸੀਂ ਉਹਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਉਹ ਭਾਵਨਾ ਵੱਧਦੀ ਹੈ, ਉਹ ਅੰਦਰੋਂ ਡਿਵੈਲਪ ਹੁੰਦੇ ਨੇ, ਉਹ ਹੋਰ ਮਾਣ ਨਾਲ ਅੱਗੇ ਤੁਰਦੇ ਨੇ। ਤੇ ਦੂਜੇ ਪਾਸੇ ਜਦੋਂ ਬੱਚਾ ਗਲਤੀ ਕਰਦਾ, ਭੁੱਲ ਕਰਦਾ, ਤੁਸੀਂ ਉਸ ਨੂੰ ਸਮਝਾਉਂਦੇ ਹੋ, ਉਸ ਦੀ ਭੁੱਲ ਜਾਂ ਗਲਤੀ ਕਈ ਵਾਰ ਬੱਚਾ ਬੜੀਆਂ ਵੱਡੀਆਂ ਬੱਜਰ ਗਲਤੀਆਂ ਵੀ ਕਰ ਦਿੰਦਾ, ਜਿਹੜੀਆਂ ਮਾਂ-ਬਾਪ ਨੇ ਆਪਣੇ ਜੀਵਨ ਵਿੱਚ ਨਹੀਂ ਕੀਤੀਆਂ ਹੁੰਦੀਆਂ, ਔਰ ਉਹਨੂੰ ਉਹ ਚੰਗਾ ਨਹੀਂ ਚਾਹੁੰਦੇ ਹੁੰਦੇ। ਫਿਰ ਵੀ ਗੁੱਸਾ ਕਰਕੇ, ਗਿਲਾ ਕਰਕੇ, ਉਲਾਂਭਾ ਦੇ ਕੇ, ਥੋੜ੍ਹਾ ਬਹੁਤ ਝਗੜਾ ਕਰਕੇ ਬੱਚੇ ਨੂੰ ਫਿਰ ਵੀ ਆਪਾਂ ਨਾਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਦਾ ਗਲ ਨਹੀਂ ਘੁੱਟ ਦਿੰਦੇ, ਉਸ ਨੂੰ ਘਰੋਂ ਨਹੀਂ ਕੱਢ ਦਿੰਦੇ। ਫਿਰ ਵੀ ਉਹਦੇ ਨਾਲ ਜਿਹੜਾ ਇੱਕ ਰਿਸ਼ਤਾ ਹੈ ਉਹ ਸਾਡਾ ਬਣਿਆ ਹੀ ਰਹਿੰਦਾ ਹੈ, ਭਾਵੇਂ ਅਸੀਂ ਅੱਡੋ ਅੱਡ ਵੀ ਕਿਉਂ ਨਾ ਘਰਾਂ 'ਚ ਰਹਿਣ ਲੱਗ ਜਾਈਏ। ਮੁਨਕਰ ਨਹੀਂ ਹੁੰਦੇ ਕਦੇ, ਨਾਰਾਜ਼ਗੀ ਰਹਿੰਦੀ ਹੈ, ਗਿਲਾ ਰਹਿੰਦਾ, ਫਿਰ ਵੀ ਇੱਕ ਉਮੀਦ ਬਣੀ ਰਹਿੰਦੀ ਹੈ ਵੀ ਪਰਤ ਆਏਗਾ, ਮੋੜ ਆਏਗਾ। ਔਰ ਆਪਣਾ ਯਤਨ ਹਰ ਕੋਈ ਸਿਆਣਾ ਪੁਰਖ ਘਰ ਦਾ ਜੀ ਕਰਦਾ ਹੈ ਵੀ ਇਹ ਬੰਦਾ ਫਿਰ ਵਾਪਸ ਪਰਤੇ, ਸਹੀ ਲੀਹ ਤੇ ਸਹੀ ਰਾਹ ਤੇ ਆਵੇ। ਤੇ ਉਹਦੀਆਂ ਗਲਤੀਆਂ ਨੂੰ ਅਸੀਂ ਉਛਾਲਦੇ ਨਹੀਂ ਬਾਰ-ਬਾਰ, ਐਵੇਂ ਜਿਹਦੇ ਕੋਲ ਬੈਠੇ ਉਹਦੀ ਗਲਤੀ, ਇਸ ਤਰ੍ਹਾਂ ਨਹੀਂ ਕਰਦੇ। ਉਹ 'ਤੇ ਪਰਦਾਪੋਸ਼ੀ ਕਰਦੇ ਆ ਵੀ ਸੁਧਰ ਜਾਏ, ਉਹਦੇ ਅੰਦਰ ਹੋਰ ਢਹਿੰਦੀ ਕਲਾ ਪੈਦਾ ਹੋ ਕੇ ਹੋਰ ਕੁਰਾਏ ਨਾ ਪੈ ਜਾਏ। ਇਹ ਸਾਰੀਆਂ ਚੀਜ਼ਾਂ ਵੀ ਪਰਵਰਿਸ਼ ਦਾ ਹਿੱਸਾ ਹੁੰਦੀਆਂ। ਕਿਸੇ ਮਨੁੱਖ ਦੀ ਕੇਅਰ ਕਰਨ ਦਾ, ਇੱਕ ਧਿਆਨ ਰੱਖਣ ਦਾ, ਸੰਭਾਲ ਕਰਨ ਦਾ ਇੱਕ ਢੰਗ ਤਰੀਕਾ ਹੁੰਦੀਆਂ। ਇਸੇ ਤਰ੍ਹਾਂ ਜਿਨ੍ਹਾਂ ਜੀਵਾਂ ਦੇ ਅੰਦਰ ਔਗਣ ਹਨ, ਸੱਜਣ ਠੱਗ ਦੇ ਅੰਦਰ ਔਗਣ ਹੈ, ਭੂਮੀਏ ਚੋਰ ਦੇ ਅੰਦਰ ਔਗਣ ਹੈ, ਮਲਕ ਭਾਗੋ ਦੇ ਅੰਦਰ ਔਗਣ ਹੈ, ਹਜ਼ੂਰ ਉਹਦੇ ਕੋਲ ਵੀ ਗਏ। ਆਪਾਂ ਸਾਰੇ ਹੀ ਧਰਮ ਨੂੰ ਮੰਨਣ ਵਾਲੇ ਲੋਕ ਬੈਠੇ ਹਾਂ, ਸਾਨੂੰ ਪਤਾ ਲੱਗ ਜਾਏ ਕਿ ਗੁਰਦੁਆਰੇ ਵਿੱਚ, ਸੰਗਤ ਵਿੱਚ ਜਾਂ ਧਾਰਮਿਕ ਕਾਰਜਾਂ 'ਚ ਕੋਈ ਇਹੋ ਜਿਹਾ ਬੰਦਾ ਆਉਂਦਾ ਹੈ ਜਿਹੜਾ ਬਹੁਤ ਮਾੜੇ ਕਿਰਦਾਰ ਦਾ, ਉਹਦੀ ਚਰਚਾ ਹੋਵੇ 4 ਬੰਦਿਆਂ ਦੇ ਵਿੱਚ, ਤੁਸੀਂ ਕੋਸ਼ਿਸ਼ ਕਰੋਗੇ ਸੰਗਤ ਵਿੱਚ ਵੀ ਉਹਦੇ ਨਾਲ ਨਾ ਬੈਠੋਗੇ, ਪੰਗਤ ਵਿੱਚ ਵੀ ਆਪਾਂ ਉਹਦੇ ਤੋਂ ਦੂਰ ਜਾ ਕੇ ਬੈਠਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਉਹਦੇ ਨਾਲ 2-4 ਗੱਲਾਂ ਕਰ ਲਵੇ ਨਾ, ਕਿਤੇ ਗੁਰਦੁਆਰੇ 'ਚ ਵੀ ਕਰ ਲਏ, ਪੰਗਤ 'ਚ ਵੀ ਕਰ ਲਏ, ਰਾਹ ਖੇੜੇ 'ਚ ਵੀ ਕਰ ਲਏ, ਗੱਲ ਕਰਨ ਵਾਲਾ ਭਾਵੇਂ ਬਹੁਤ ਚੰਗਾ ਬੰਦਾ ਹੋਵੇ, ਤੁਹਾਨੂੰ ਡਾਊਟ ਜਿਹਾ ਹੋਣਾ ਸ਼ੁਰੂ ਹੋ ਜਾਂਦਾ, ਸ਼ੱਕ ਜਿਹਾ ਪੈਂਦਾ ਕਿ ਇਹ ਬੰਦੇ ਦੀ ਇਹਦੇ ਨਾਲ ਕੀ ਸਾਂਝ ਹੈ, ਇਹ ਤੇ ਬੰਦਾ ਚੰਗਾ ਨਹੀਂ। ਉਹ ਜਿਹੜੀ ਚੀਜ਼ ਹੈ, ਹਾਂ ਕਿਸੇ ਨੂੰ ਇਹ ਦੱਸਣਾ ਵੀ ਭਾਈ ਇਹਦੇ ਤੋਂ ਸੁਚੇਤ ਨਹੀਂ, ਇਹ ਗੱਲ ਵੱਖਰੀ ਹੈ। ਪਰ ਉਹ ਜਿਹੜਾ ਅਸੀਂ ਇੱਕ ਮਾਹੌਲ ਸਿਰਜਦੇ ਹਾਂ, ਇੱਕ ਇਨਵਾਇਰਮੈਂਟ ਪੈਦਾ ਕਰ ਲੈਂਦੇ ਹਾਂ ਕਿ ਉਹਦੇ ਕੋਲ ਖਲੋਣ ਵਾਲਾ ਵੀ 100% ਗਲਤੀ ਹੋਵੇ, ਉਹ ਜਿਹੜੀ ਚੀਜ਼ ਹੈ ਉਸ ਬੰਦੇ ਨੂੰ ਹੋਰ ਹਾਸ਼ੀਏ 'ਤੇ ਲੈ ਜਾਂਦੀ। ਉਹ ਮਨ ਬੈਠਦਾ ਵੀ ਮੈਨੂੰ ਕੋਈ ਚੰਗਾ ਨਹੀਂ ਆਖੇਗਾ, ਇਸ ਕਰਕੇ ਜਿਹੋ ਜਿਹਾ ਮੈਂ ਹਾਂ ਹੋਰ ਵੱਧ ਚੜ੍ਹ ਕੇ ਉਹੋ ਜਿਹੇ ਗਲਤ ਕੰਮ ਕਰਾਂ, ਮੈਨੂੰ ਕੌਣ ਰੋਕਣ ਵਾਲਾ, ਮੈਂ ਤਾਂ ਹੁਣ ਜਿਹੋ ਜਿਹਾ ਹੋਇਆ ਸੋ ਜਿਹਾ ਹੋਇਆ ਹੀ ਹਾਂ। ਗੁਰੂ ਨਾਨਕ ਐਸਾ ਨਹੀਂ ਸੋਚਦੇ। ਜਿਵੇਂ ਸਾਡੇ ਤਨ ਨੂੰ ਰੋਗ ਲੱਗਦਾ ਹੈ ਨਾ, ਤੇ ਡਾਕਟਰ ਦਾ ਫਰਜ਼ ਹੁੰਦਾ ਵੀ ਉਹ ਦੂਰ ਨਾ ਭੱਜੇ, ਉਹ ਸਾਡਾ ਟਰੀਟਮੈਂਟ ਕਰੇ, ਉਹ ਸਾਡੇ ਨਾਲ ਨਫ਼ਰਤ ਜਾਂ ਭੇਦਭਾਵ ਨਾ ਕਰੇ, ਸਾਡੇ ਤੋਂ ਦੂਰ ਨਾ ਹੋਵੇ, ਸਾਡਾ ਰੋਗ ਖੰਡਣ ਦਾ ਯਤਨ ਕਰੇ। ਇਸੇ ਤਰ੍ਹਾਂ ਜਿਹੜੇ ਕਰਮ ਦੇ ਰੋਗ ਹਨ, ਸਾਡੇ ਅੰਦਰ ਔਗਣ, ਸਾਡੇ ਕਿਰਦਾਰ ਜਾਂ ਵਿਹਾਰ 'ਚ ਕੋਈ ਬੁਰਾਈ ਪੈਦਾ ਹੋ ਗਈ, ਇਹ ਕਰਮ ਦਾ ਰੋਗ ਹੈ, ਇਹ ਸਾਡੇ ਵਿਹਾਰ ਦੀ ਬਿਮਾਰੀ ਹੈ, ਇਹ ਸਾਡੇ ਕਿਰਦਾਰ ਦਾ ਰੋਗ ਹੈ, ਇਹ ਵੀ ਇੱਕ ਡਿਜ਼ੀਜ਼ ਹੈ। ਜਿਹੜਾ ਪੂਰਨ ਧਰਮੀ ਮਨੁੱਖ ਹੋਏਗਾ ਉਹ ਉਹਨੂੰ ਡਾਕਟਰ ਮਰੀਜ਼ ਵਾਂਗ ਟਰੀਟ ਕਰੇਗਾ। ਉਹ ਮੰਨੇਗਾ ਵੀ ਇਹਦੇ 'ਚ ਹੋਰ ਗੁਣ ਵੀ ਹੋ ਸਕਦੇ ਨੇ, ਇਹਦੇ 'ਚ ਔਗਣ ਹੈ, ਖੂਬ
ਇਹਦੇ ਵਿੱਚ ਖੂਬੀਆਂ ਦੇ ਨਾਲ ਇਹ ਬੁਰਾਈਆਂ ਵੀ ਨੇ। ਚੰਗਾ ਹੋਵੇ ਜਿਹਦਾ ਰੋਗ ਖੰਡਿਆ ਜਾਏ, ਚੰਗਾ ਹੋਵੇ ਜੇ ਇਹਦੇ ਵਿਹਾਰ ਤੇ ਕਿਰਦਾਰ ਦੀ ਜਿਹੜਾ ਦੁਖਦਾਈ ਪਹਿਲੂ ਹੈ ਕਿਸੇ ਤਰ੍ਹਾਂ ਸਹੀ ਹੋ ਜਾਏ। ਗੁਰੂ ਨਾਨਕ ਸਚਿਆਰੇ ਵੈਦ ਨੇ ਉਸ ਸੱਜਣ ਕੋਲ ਗਏ, ਭੂਮੀਏ ਕੋਲ ਗਏ, ਮਲਕ ਭਾਗੋ ਕੋਲ ਗਏ, ਹੋਰ ਪਤਾ ਨਹੀਂ ਕਿਤਨੇ ਲੋਕਾਂ ਦੇ ਕੋਲ ਮਹਾਰਾਜ ਗੁਰੂ ਸਾਹਿਬ ਆਪ ਚੱਲ ਕੇ ਗਏ। ਬਖਸ਼ਿਸ਼ ਕੀਤੀ, ਉਹਨਾਂ ਨੂੰ ਚੰਗੀ ਸੰਗਤ ਬਖਸ਼ੀ, ਉਪਦੇਸ਼ ਬਖਸ਼ਿਆ, ਹਜ਼ੂਰ ਦੀ ਸੋਹਬਤ ਵਿੱਚ ਉਹ ਬੈਠੇ, ਕਿੰਨਿਆਂ ਦੇ ਰੋਗ ਖੰਡੇ ਗਏ। ਨਹੀਂ ਤਾਂ ਜਿੰਨਾ ਚਿਰ ਉਹ ਬੰਦੇ ਧਰਤੀ ਤੇ ਜੀਂਦੇ ਉਹਨਾਂ ਆਪਣਾ ਕੰਮ ਤੇ ਕਰੀ ਜਾਣਾ ਸੀ ਨਾ। ਜੇ ਕੋਈ ਠੱਗ ਸੀ ਉਹਨੇ ਠੱਗੀ ਮਾਰੀ ਜਾਣੀ ਸੀ, ਚੋਰ ਨੇ ਚੋਰੀਆਂ ਕਰੀ ਜਾਣੀਆਂ ਸਨ, ਧੱਕੇਖੋਰ ਨੇ ਧੱਕੇ ਤੇ ਜ਼ੁਲਮ ਕਰੀ ਜਾਣੇ ਸਨ। ਹਜ਼ੂਰ ਨੇ ਇਹ ਵੀ ਯਤਨ ਕੀਤਾ ਕਿ ਤੁਸੀਂ ਚੰਗੇ ਨੂੰ ਮਾਣ ਦਿੰਦੇ ਹੋ ਤਾਂ ਬੁਰੇ ਬੰਦੇ ਦੀ ਬੁਰਾਈ ਛਡਾਉਣ ਦਾ ਵੀ ਉਪਰਾਲਾ ਜ਼ਰੂਰ ਥੋੜ੍ਹਾ ਬਹੁਤ ਕਰੋ, ਆਪਣੀ ਵਾਹ ਲਾ ਦਿਓ, ਆਪਣਾ ਯਤਨ ਕਰ ਵੇਖੋ। ਜਿਵੇਂ ਇੱਕ ਬਿਮਾਰ ਆਦਮੀ ਤੇ ਡਾਕਟਰ ਆਪਣੀ ਵਾਹ ਹੀ ਲਾਉਂਦਾ ਹੈ ਨਾ, ਆਪਣਾ ਹੁਨਰ ਆਪਣੀ ਕਲਾ ਇਸਤੇਮਾਲ ਕਰਦਾ, ਆਪਣੀ ਸਿਆਣਪ ਤੇ ਅਕਲ ਵਰਤਦਾ ਤੇ ਕੋਸ਼ਿਸ਼ ਕਰਦਾ ਵੀ ਜੇ ਭਾਈ ਬਚ ਜਾਏ, ਮੇਰੇ ਕੋਲ ਜੋ ਬਣ ਸਰੇ ਮੈਂ ਉਹ ਕਰ ਦਿਆਂ, ਅੱਗੇ ਉਹਦੀ ਰਜ਼ਾ। ਤਾਂ ਇਸੇ ਤਰ੍ਹਾਂ ਭਗਤੀ ਨੂੰ, ਗੁਣ ਨੂੰ ਪਿਆਰ ਕਰਨਾ, ਚੰਗਿਆਈ ਨੂੰ ਸਲਾਹੁਣਾ ਤੇ ਔਗਣ ਨੂੰ ਜੀਵਨ ਚੋਂ ਕੱਢਣ ਵਾਸਤੇ ਮਦਦਗਾਰ ਹੋਣਾ, ਸਹਾਇਤਾ ਕਰਨੀ ਅਗਲੇ ਦੀ, ਔਗਣਿਆਰੇ ਮਨੁੱਖ ਦੀ। ਇਹ ਦੋਵੇਂ ਗੁਣ ਪਰਮੇਸ਼ਰ ਦੇ ਬਾਣੀ ਵਿੱਚ ਬੜੇ ਸਲਾਹੇ ਗਏ ਤੇ ਧਰਮੀ ਪੁਰਖਾਂ ਵਿੱਚ ਵੀ ਇਹ ਦੋਵੇਂ ਗੁਣ ਹੁੰਦੇ। ਭਗਤ ਜੀ ਆਖਦੇ ਨੇ ਮੇਰਾ ਸਨੇਹੀ, ਇਹ ਕਰਤਾ ਸਿਰਜਣਹਾਰ ਮੇਰਾ ਬੜਾ ਪਿਆਰਾ ਹੈ, ਉਹ ਮੇਰੇ ਅੰਦਰ ਦੀ ਚੰਗਿਆਈ ਨੂੰ ਮਾਣ ਵੀ ਦਿੰਦਾ, ਮੇਰੇ ਜੀਵਨ ਦੇ ਔਗਣਾਂ ਨੂੰ ਦੂਰ ਵੀ ਕਰਦਾ, ਖੰਡਦਾ ਵੀ। ਇਸ ਕਰਕੇ ਮੇਰਾ ਜੀਵਨ ਉਸ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਉੱਚਾ ਹੋ ਰਿਹਾ। ਤੇ ਨਾਲ ਹੀ ਉਹ ਸਾਨੂੰ ਜੀਵਾਂ ਨੂੰ ਸਮਝਾਉਂਦੇ ਨੇ, ਭਾਈ ਜੇ ਉਹਦੇ ਪਿਆਰ ਨੂੰ ਮੰਨਣਾ ਚਾਹੁੰਦੇ ਹੋ ਤਾਂ ਆਪਣੇ ਜੀਵਨ ਵਿੱਚ ਕਿਸੇ ਵੀ ਚੀਜ਼ ਦਾ ਗੁਰੂਰ ਨਾ ਪਾਲੋ ਕਦੇ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਕਾਹਦਾ ਗੁਰੂਰ, ਕਾਹਦੀ ਈਗੋ, ਕਾਹਦੀ ਹਉਮੈ, ਪ੍ਰਭਤਾ, ਵਡਿਆਈ, ਦੌਲਤ, ਜਾਣਕਾਰੀ, ਪੈਸਾ, ਕਾਹਦਾ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਭ ਬਿਨ ਸਜਾਣ ਵਾਲੀਆਂ। ਇੱਥੋਂ ਤੱਕ ਵੀ ਸਾਡਾ ਖੁਦ ਦਾ ਸਰੀਰ ਵੀ ਕਾਇਮ ਨਹੀਂ ਰਹਿਣਾ। ਪਦਵੀ ਤੇ ਸਰੀਰ ਨੂੰ ਮਿਲੀ ਹੈ ਨਾ, ਦੌਲਤ ਸਰੀਰ ਨਾਲ ਹੀ ਅਟੈਚ ਹੈ। ਉੱਚੀ ਜ਼ਾਤ ਹੈ ਕਿਸੇ ਦੀ, ਕੁੱਲ ਹੈ ਕਿਸੇ ਦੀ, ਉਹਦਾ ਗੁਰੂਰ ਕਰਦਾ, ਉਹ ਸਰੀਰ ਨਾਲ ਹੀ ਜੁੜੀ ਹੈ ਨਾ। ਤੁਸੀਂ ਉਹਦੇ 'ਚ ਪੈਦਾ ਹੋ ਗਏ, ਕੁੱਲ 'ਚ, ਖਾਨਦਾਨ 'ਚ, ਤੇ ਉੱਚੀ ਤੁਹਾਨੂੰ ਲੱਗਿਆ ਵੀ ਮੈਂ ਉੱਚਾ। ਸਾਰਾ ਕੁਝ ਸਰੀਰ ਨਾਲ ਹੀ ਜੁੜਿਆ ਹੈ ਨਾ। ਪਦਵੀ ਹੋਵੇ, ਦੌਲਤ ਹੋਵੇ, ਜਾਇਦਾਦ ਹੋਵੇ, ਕੁੱਲ ਹੋਵੇ, ਖਾਨਦਾਨ ਹੋਵੇ, ਬਰਾਦਰੀ, ਜੋ ਕੁਝ ਵੀ, ਜਿੰਨਾ ਕੁਝ ਵੀ ਬਾਹਰ ਹੈ, ਜਿਹਦਾ ਵੀ ਸਾਨੂੰ ਮਾਣ ਹੁੰਦਾ, ਉਹ ਸਭ ਸਰੀਰ ਨਾਲ ਹੀ ਨੇ ਨਾ ਸਾਰੀਆਂ ਚੀਜ਼ਾਂ। ਤੇ ਜਿਹੜੇ ਦੇਹੀ ਦੇ ਨਾਲ ਇਹ ਚੀਜ਼ਾਂ ਜੁੜੀਆਂ ਨੇ ਤੇ ਇਸ ਦੇਹੀ ਦੇ ਅੰਦਰ ਸਾਡੇ ਮਨ ਨੂੰ ਹਉਮੈ ਤੇ ਹੰਕਾਰ ਦੀ ਬਿਮਾਰੀ ਚੰਬੜ ਜਾਂਦੀ ਹੈ। ਇਹ ਦੇਹੀ ਖੁਦ ਵੀ ਤੇ ਕਾਇਮ ਰਹਿਣ ਵਾਲੀ ਨਹੀਂ। ਇਸ ਵਾਸਤੇ ਫਰਮਾਉਂਦੇ ਨੇ ਬਿਨ ਸਜਾਏ ਝੂਠੀ ਦਾ ਮਤਲਬ ਹੈ ਨਾਸ਼ਵੰਤ। ਨਾਸ਼ਵੰਤ ਹੈ ਭਾਈ, ਮਰ ਜਾਣ ਵਾਲੀ ਹੈ ਦੇਹੀ, ਮੁੱਕ ਜਾਣ ਵਾਲਾ ਹੈ ਸਰੀਰ। ਇਹਦਾ ਕਾਹਦਾ ਗੁਰੂ, ਕਾਹਦੀ ਹਉਮੈ? ਇਸ ਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ ਆ ਤਨ ਕੀ ਇਹ ਵਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋਦਨ ਕੈਸੇ ਭੂਲਿਆ। ਜਿਉ ਮਧ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਸਾਰਾ ਸ਼ਬਦ ਹੀ ਬੜਾ ਬਾਕਮਾਲ, ਮਨੁੱਖ ਨੂੰ ਸੇਧ ਬਖਸ਼ਦਾ। ਇੱਕ ਤਾਂ ਇਹ ਕਹਿੰਦੇ ਨੇ ਵੀ ਸਰੀਰ ਦਾ ਓੜਕ ਨੂੰ ਹਸ਼ਰ ਕੀ ਹੋਣਾ, ਆਪਾਂ ਸਾਰੇ ਹੀ ਜਾਣਦੇ ਹਾਂ, ਦਬਾ ਦਿਓ ਤਾਂ, ਸਾੜ ਦਿਓ ਤਾਂ। ਦੂਜੀ ਉਹ ਗੱਲ ਕਹਿੰਦੇ ਨੇ, ਤੂੰ ਆਪਣਾ ਹੀ ਬੰਦਿਆ ਮੂਲ ਕਿਉਂ ਭੁੱਲ ਗਿਆ ਵੀ ਤੂੰ ਹੈ ਕੀ, ਤੇਰੀ ਪਾਇਆ ਕੀ ਹੈ। ਤੀਜੀ ਗੱਲ ਉਹ ਇਹ ਕਹਿੰਦੇ ਨੇ, ਜਿਹੜੀਆਂ ਚੀਜ਼ਾਂ ਤੂੰ ਇਕੱਠੀਆਂ ਕਰਕੇ ਉਹਨਾਂ ਦੇ ਸਿਰ ਉੱਤੇ ਮਾਣ ਤੇ ਹੰਕਾਰ ਪਾਲਦਾ, ਗਰੂਰ ਪਾਲਦਾ, ਉਹ ਜਦੋਂ ਤੇਰੇ ਸਰੀਰ ਚੋਂ ਪ੍ਰਾਣ ਨਿਕਲੇ ਨਾ, ਉਹ ਸਾਰੀਆਂ ਹੀ ਖਿੰਡ ਪੁੰਡ ਜਾਣੀਆਂ। ਇਸ ਵੇਲੇ ਤੂੰ ਕਰੋੜਪਤੀ ਹੋਏਗਾ ਤੇ ਜਿਸ ਵੇਲੇ ਤੇਰੇ ਪ੍ਰਾਣ ਨਿਕਲ ਗਏ, ਉਹ ਥੋੜ੍ਹਾ ਥੋੜ੍ਹਾ ਹਿੱਸਾ ਸਾਰਿਆਂ ਨੂੰ ਆਉਣਾ ਹੈ। ਉਸ ਜਿਵੇਂ ਮਧ ਮਾਖੀ, ਜਿਉਂ ਮਧ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ। ਜਿਵੇਂ ਸ਼ਹਿਦ ਦੀ ਮੱਖੀ
ਹਜ਼ਾਰਾਂ ਫੁੱਲਾਂ 'ਤੇ ਬੈਠ ਕੇ ਸ਼ਹਿਦ ਇਕੱਠਾ ਕਰਦੀ ਹੈ, ਪਰ ਸ਼ਹਿਦ ਇਕੱਠਾ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਮੱਖੀਆਂ ਨੂੰ ਪਾਸੇ ਢਾ ਕੇ ਇੱਕ ਪਾਲੀ ਲਾਉਂਦਾ ਹੈ, ਸਾਰਾ ਕੁਝ ਇਕੱਠਾ ਕਰਕੇ ਲੈ ਜਾਂਦਾ ਹੈ। ਤੋ ਇਹ ਸਾਰਾ ਕੁਝ ਪਰਾਇਆ ਹੈ, ਇੱਕ ਸਰਕਲ ਹੈ ਸੰਸਾਰ ਦਾ। ਜੇ ਇਹ ਸਮਝ ਵਿੱਚ ਆ ਗਿਆ ਤੇ ਮਨੁੱਖ ਭਾਵੇਂ ਚੰਗਾ ਹੰਢਾਵੇ ਵੀ, ਚੰਗਾ ਖਾਵੇ ਵੀ, ਦੁਨੀਆ ਦੀ ਦੌਲਤ, ਮਾਣ, ਪ੍ਰਭਤਾ ਸਭ ਕੁਝ ਉਹਦੇ ਕੋਲ ਹੋਵੇ, ਉਹਦੇ ਵਿੱਚ ਵੀ ਐਵੇਂ ਜੀਵੇਗਾ ਵੀ ਇਹ ਸਾਰਾ ਕੁਝ ਪਰਮੇਸ਼ਰ ਦਾ ਹੈ। ਉਹਨਾਂ ਚੀਜ਼ਾਂ ਦੇ ਬੇਸ ਦੇ ਉੱਤੇ, ਉਹਨਾਂ ਚੀਜ਼ਾਂ ਦੇ ਮਾਣ ਹੰਕਾਰ 'ਚ ਆਪਣਾ ਕਿਰਦਾਰ ਮੈਲਾ ਨਹੀਂ ਹੋਣਾ। ਕਿਸੇ ਗਰੀਬ ਨਾਲ ਧੱਕਾ ਨਹੀਂ ਕਰੇਗਾ, ਵਿਖਾਵੇਬਾਜ਼ੀਆਂ ਨਹੀਂ ਕਰੇਗਾ। ਤੋ ਅੱਗੇ ਪਹਿਲੇ ਬੰਦ ਵਿੱਚ ਫਰਮਾਉਂਦੇ ਕੁਝ ਉਦਾਹਰਨਾਂ ਦਿੱਤੀਆਂ ਉਹਨਾਂ ਰਹਾਓ ਦੇ ਬੰਦ ਨੂੰ ਸਮਝਾਉਣ ਲਈ। ਕਹਿੰਦੇ ਗਹਿਰੀ ਕਰਕੇ ਨੀਮ ਖੁਦਾਈ, ਡੂੰਘੀ ਕਰਕੇ ਨੀਂਹ ਧਰ ਲਈ, ਉੱਪਰ ਮੰਡਪ ਛਾਏ, ਉਹਦੇ ਉੱਤੇ ਸੋਹਣੇ ਮੰਡਪ ਮਹਿਲ ਬਣਾ ਲਏ। ਵੈਸੇ ਮੰਡਪ ਸ਼ਾਮਿਆਨੇ ਨੂੰ ਕਹਿੰਦੇ ਨੇ। ਅਮੀਰ ਲੋਕ ਜਦੋਂ ਕਿਤੇ ਜਾਂਦੇ ਸਨ, ਬਾਦਸ਼ਾਹ, ਰਾਜੇ, ਵੱਡੇ ਮਹਾਰਾਜੇ, ਉਹਨਾਂ ਦੇ ਆਰਜੀ ਸ਼ਾਮਿਆਨੇ ਲੱਗ, ਬਿਲਕੁਲ ਮਹਿਲ ਦੀ ਸ਼ਕਲ ਦੇ ਸ਼ਾਮਿਆਨੇ, ਬੜੇ ਕੀਮਤੀ, ਜਿੰਨੀ ਉਹਦੀ ਪਾਇਆ ਓਡਾ ਮਹਿੰਗਾ ਸ਼ਾਮਿਆਨਾ ਹੋਏਗਾ, ਮੰਡਪ ਉਹਨੂੰ ਕਹਿੰਦੇ ਸਨ। ਤੇ ਆਮ ਤੌਰ ਦੇ ਉੱਤੇ ਸ਼ਾਮਿਆਨੇ ਮੰਡਪ ਮਹਿਲ ਨੂੰ ਵੀ ਕਹਿੰਦੇ ਨੇ। ਬੜੀਆਂ ਡੂੰਘੀਆਂ ਨੀਹਾਂ ਰੱਖ ਕੇ ਬੜੇ ਪੱਕੇ ਮਜ਼ਬੂਤ ਮਹਿਲ ਉਸਾਰਨੇ, ਉਹਨਾਂ ਦੀ ਸ਼ੋਭਾ ਦੇ ਉੱਤੇ, ਉਹਦੇ ਸੁਹਾਪਣ ਦੇ ਉੱਤੇ ਬੇਬਹਾ ਪੈਸਾ ਖਰਚ ਕਰਨਾ। ਤੁਸੀਂ ਭਾਰਤ ਵਿੱਚ ਖਾਸ ਤੌਰ 'ਤੇ ਵਿਚਰਨ ਦਾ ਜਦੋਂ ਮੌਕਾ ਬਣਦਾ ਰਿਹਾ ਤੇ ਪੁਰਾਣੀਆਂ ਚੀਜ਼ਾਂ ਨੂੰ ਤੱਕਿਆ। ਤੁਸੀਂ ਤਾਜ ਮਹਿਲ ਵੇਖੋ, ਦੁਨੀਆ ਵੇਖਣ ਜਾਂਦੀ ਉਹਨੂੰ, ਬੜੀ ਦੂਰ ਤੋਂ, ਆਗਰੇ ਦੇ ਵਿੱਚ ਹੈ। ਤੁਸੀਂ ਬੜੇ ਮਜ਼ਬੂਤ ਦੁਰਗ, ਕਿਲੇ ਜਿਹੜੇ ਨੇ ਰਾਜਪੂਤਾਨੇ ਰਾਜਸਥਾਨ ਦੇ ਵਿੱਚ ਵੇਖੋ, ਬੰਦਾ ਹੈਰਾਨ ਹੁੰਦਾ। ਕਈ ਕਿਲੋਮੀਟਰ ਉੱਚੀਆਂ ਪਹਾੜੀਆਂ ਦੇ ਉੱਤੇ ਇੰਨੇ ਭਾਰੇ ਪੱਥਰ ਢੋਏ ਗਏ, ਕਿੰਨੇ ਹਜ਼ਾਰਾਂ ਦੀ ਤਾਦਾਦ ਵਿੱਚ ਮਜ਼ਦੂਰ ਲੱਗੇ ਤੇ ਸੈਂਕੜੇ ਕਾਰੀਗਰ ਲੱਗੇ। ਉਹਨਾਂ ਸਮਿਆਂ ਜਦੋਂ ਮਸ਼ੀਨਾਂ ਨਹੀਂ ਸਨ, ਭਾਰ ਢੋਣਾ ਜਿਹੜਾ ਸੀ ਉਹ ਜਾਨਲੇਵਾ ਖਤਰੇ ਵਾਲਾ ਕੰਮ ਸੀ। ਕਿੰਨੇ ਪਸ਼ੂ, ਕਿੰਨੇ ਬੰਦੇ ਮਰ ਜਾਂਦੇ ਸਨ, ਕੋਈ ਕੇਅਰ ਨਹੀਂ ਸੀ। ਰਾਜੇ ਦਾ ਮਹਿਲ ਬਣਨਾ ਚਾਹੀਦਾ, ਬੰਦੇ ਮਰਦੇ ਨੇ ਤੇ ਮਰ ਜਾਣ, ਉਹ ਤਾਂ ਪਰਜਾ ਹੈ, ਉਹਦੀ ਕੌਣ ਸੁਣੇਗਾ। ਅੱਜ ਨਹੀਂ ਸੁਣਦਾ ਕੋਈ, ਉਦੋਂ ਤਾਂ ਹੈ ਹੀ ਡਿਕਟੇਟਰਸ਼ਿਪ ਸੀ। ਕਾਰੀਗਰ ਸਿਰ ਸੁੱਟ ਕੇ ਲੱਗੇ ਸਨ, ਹੁਨਰਮੰਦ ਬੰਦੇ ਲੱਗੇ ਸਨ, ਮਜ਼ਦੂਰ ਲੱਗੇ ਸਨ, ਪਸ਼ੂ ਲੱਗੇ ਸਨ, ਦਹਾਕੇ ਗੁਜ਼ਰ ਗਏ ਉਹਨਾਂ ਨੂੰ ਬਣਾਉਂਦਿਆਂ ਬਣਾਉ। ਅੱਜ ਵੀ ਬੰਦਾ ਜਦੋਂ ਗੱਡੀਆਂ ਤੇ ਉਨੀ ਉਚਾਈ ਤੇ ਜਾਈਦਾ ਤੇ ਬੰਦਾ ਹੈਰਾਨ ਹੁੰਦਾ, ਇੰਨੀ ਦੂਰ, ਇੰਨਾ ਉੱਚਾ, ਇੰਨਾ ਵੱਡਾ ਮਹਿਲ ਤੇ ਦੁਰਗ, ਪਰ ਜਿਨ੍ਹਾਂ ਦੀ ਜਾਨ ਲੱਗ ਗਈ, ਜ਼ਰਾ ਸੋਚ ਕੇ ਵੇਖੋ। ਉਹ ਜਿੱਡਾ ਵੱਡੀ ਸਮਰੱਥਾ ਦਾ ਮਾਲਕ ਹੈ, ਓਨੇ ਹੀ ਵੱਡੇ ਮਹਿਲ, ਓਨੇ ਹੀ ਵੱਡੇ ਦੁਰਗ ਉਹਨੇ ਉਸਾਰੇ। ਤੇ ਉਹਨਾਂ ਸਮਿਆਂ 'ਚ ਚਰਚਾ ਹੁੰਦੀ ਸੀ, ਕਿੱਡੇ ਵੱਡੇ ਕਿਲੇ ਦਾ ਮਾਲਕ ਹੈ ਫਲਾਂ ਰਾਜਾ, ਫਲਾਨਾ ਹਾਕਮ, ਉਹਦੇ ਕੋਲ ਇੰਨਾ ਸੋਹਣਾ ਮਹਿਲ ਹੈ। ਫਿਰ ਉਹਨੂੰ ਉੱਥੇ ਆਉਣ ਲਈ ਜੰਗਾਂ ਤੇ ਵਾਰਾਂ ਹੁੰਦੀਆਂ, ਲੜਾਈਆਂ ਤੇ ਝਗੜੇ ਹੁੰਦੇ, ਫਸਾਦ ਹੁੰਦੇ, ਸਾਰਾ ਕੁਝ ਇਸੇ ਕਰਕੇ ਚੱਲਦਾ ਹੈ ਨਾ। ਤਾਂ ਉਹ ਚੀਜ਼ ਜਿਹੜੀ ਹੈ ਉਹ ਪੂਰੇ ਦਾ ਪੂਰਾ ਇੱਕ ਸਰਕਲ ਬਣਿਆ ਹੋਇਆ। ਤੋ ਇੱਥੇ ਭਗਤ ਜੀ ਕੁਝ ਉਦਾਹਰਨਾਂ ਦਿੰਦੇ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰੇਣ ਧਾਰ ਮੂੰਡ ਬਲਾ। ਇਹ ਪੁਰਾਣਾ ਦੀ ਇੱਕ ਕਥਾ ਆਉਂਦੀ ਹੈ। ਮਾਰ ਕੰਡੇ ਇੱਕ ਰਿਸ਼ੀ ਸੀ, ਇੱਕ ਸਾਧੂ ਕਹਿ ਲਓ। ਉਹਦੀ ਉਮਰ ਬਹੁਤ ਲੰਮੀ ਸੀ। ਉਹਨੂੰ ਕਿਸੇ ਨੇ ਕਿਹਾ ਕਿ ਤੂੰ ਸਾਰੀ ਉਮਰ ਐਵੇਂ ਕੱਢ ਦਿੱਤੀ, ਕੋਈ ਪੱਕਾ ਘਰ ਹੀ ਬਣਾ ਲੈਨੋ, ਇੰਨੀ ਤੇਰੀ ਉਮਰ ਹੈ, ਕੱਖਾਂ ਦੀ ਕੁੱਲੀ ਦੇ ਵਿੱਚ ਹੀ ਤੂੰ ਸਾਰੀ ਉਮਰ ਕੱਢ ਦਿੱਤੀ। ਉਹ ਕਹਿੰਦਾ ਫਿਰ ਕੀ ਹੋਇਆ, ਮੈਨੂੰ ਇਹਦੇ 'ਚ ਖੁਸ਼ੀ ਹੈ, ਮੈਂ ਆਪਣੀ ਜ਼ਿੰਦਗੀ ਨੂੰ ਜਿਵੇਂ ਮਰਜ਼ੀ ਬਸਰ ਕਰਾਂ, ਪਰ ਮੈਂ ਇਹ ਸੋਚ ਕੇ ਵੀ ਮੈਨੂੰ ਲੋੜ ਨਹੀਂ ਹੈ। ਉਹਨੇ ਤ੍ਰਿਣ ਧਾਰ ਮੂੰਡ, ਤ੍ਰਿਣ ਘਾਹ ਨੂੰ ਕਹਿੰਦੇ ਨੇ, ਕਾਈ ਦੇ ਕੱਖਾਂ ਦੀ ਛੱਪਰੀ ਕੁੱਲੀ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਬਤੀਤ ਕਰ ਲਈ। ਭਗਤ ਜੀ ਦਾ ਇਹ ਕਹਿਣ ਦਾ ਭਾਵ ਬਿਲਕੁਲ ਨਹੀਂ ਵੀ ਆਪਾਂ ਪੱਕੇ ਘਰ ਢਾਹ ਕੇ ਤੇ ਕੱਖਾਂ ਦੀਆਂ ਕੁੱਲੀਆਂ ਪਾ ਲਈ। ਉਹ ਇਸ਼ਾਰਾ ਕਰ ਰਹੇ ਨੇ ਸਾਡੀ ਤਰਜ਼ੇ ਜ਼ਿੰਦਗੀ ਵੱਲ, ਵੀ ਕੀ ਪੱਕੇ ਮਹਿਲਾਂ ਵਿੱਚ ਵੀ ਰਹਿੰਦਿਆਂ ਹੋਇਆਂ ਕਦੇ ਸਾਨੂੰ ਯਾਦ ਆਇਆ ਵੀ ਇਹ ਸਾਰਾ ਕੁਝ ਇੱਕ ਦਿਨ ਛੱਡ ਕੇ ਤੁਰਨਾ ਪਏਗਾ? ਕਿ ਉਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਡੇ ਅਮਲ ਦੇ ਵਿੱਚ ਕਦੇ ਨਿਮਰਤਾ, ਧੀਰਜ, ਟਿਕਾ, ਸੈਟਿਸਫੈਕਸ਼ਨ, ਇਹ ਚੀਜ਼ਾਂ ਆਈਆਂ ਨੇ? ਜੇ ਨਹੀਂ ਆਈਆਂ ਤੇ ਫਿਰ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਨਾਲੋਂ ਵੀ ਸਾਡਾ ਬਹੁਤ ਬੁਰਾ ਹਾਲ ਹੈ। ਉਹ ਜ਼ਿਆਦਾ ਚੰਗਾ ਹੈ, ਫਿਰ ਉਹ ਖੁਸ਼ ਹੈ, ਅਸੀਂ ਖੁਸ਼ ਨਹੀਂ ਹਾਂ। ਉਹ ਪ੍ਰਸੰਨ ਹੈ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ, ਉਹ ਕਹਿੰਦੇ ਠੀਕ ਹੈ।
ਸਾਨੂੰ ਪੁੱਛੋ, ਅਸੀਂ ਵੈਸੇ ਤਾਂ ਕਹਿ ਦਿਆਂਗੇ ਵੀ ਬਹੁਤ ਵਧੀਆ, ਪਰ ਤੁਸੀਂ 10 ਮਿੰਟ ਕਿਸੇ ਕੋਲ ਕੱਢ ਕੇ ਬੈਠ ਜਾਓ, ਬੰਦਾ ਇੰਨੇ ਦੁੱਖ ਰੋਂਦਾ ਹੈ। ਅਤੇ ਵੇਖੀਦਾ ਵੀ ਸਭ ਤੋਂ ਮਹਿੰਗੀ ਗੱਡੀ 'ਤੇ ਗੁਰਦੁਆਰੇ ਆਉਂਦਾ ਹੈ, ਸਭ ਤੋਂ ਵਧੀਆ ਘਰ ਹੈ, ਇਹਨੇ ਸ਼ੁਕਰਾਨਾ ਵੀ ਕਰਾਇਆ ਸੀ, ਸਾਰਾ ਕੁਝ ਵੈਲ ਸੈਟਡ ਹੈ। ਇੱਕ ਕਿਤੇ ਕਮੀ ਰਹਿ ਗਈ ਨਾ, ਅਤੇ ਸਾਰੇ ਸ਼ਹਿਰ ਵਿੱਚ ਦੱਸਦਾ ਵੀ ਸਭ ਤੋਂ ਵੱਧ ਦੁਖੀ ਬੰਦਾ ਮੈਂ ਹਾਂ ਦੁਨੀਆ 'ਤੇ। ਉਹੀ ਰੋਣਾ, ਉਹੀ ਪਰੇਸ਼ਾਨੀਆਂ, ਉਹੀ ਤਕਲੀਫਾਂ, ਖੁਸ਼ ਨਹੀਂ ਹੈ ਬੰਦਾ, ਅਤੇ ਹੋ ਵੀ ਨਹੀਂ ਸਕਦਾ। ਇਸ ਨੂੰ ਜੇ ਤੁਸੀਂ, ਕਿਸੇ ਨੇ ਕਿਹਾ ਨਾ, ਕਹਿੰਦੇ ਕਿਸੇ ਨੂੰ ਸੋਨਾ ਦੇ ਦਿੱਤਾ ਕਿਸੇ ਨੇ, ਅਤੇ ਉਹ ਰੋਣ ਲੱਗ ਪਿਆ। ਉਹਨੂੰ ਪੁੱਛਿਆ ਹੁਣ ਕੀ ਹੋਇਆ? ਕੌਡੀਆਂ ਦੇ ਭਾਅ ਤੁੱਲਦਾ ਸਾਂ, ਅੱਜ ਸੋਨੇ ਦਾ ਮਾਲਕ ਹੈ, ਕੀ ਹੋਇਆ? ਕਹਿਣ ਲੱਗਿਆ ਚੰਗਾ ਹੁੰਦਾ ਜੀ ਹੀਰੇ ਮਿਲ ਜਾਂਦੇ। ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿਣ ਲੱਗਿਆ ਤੇਰਾ ਕੁਝ ਨਹੀਂ ਹੋ ਸਕਦਾ। ਕੌਡੀਆਂ ਦੇ ਭਾਅ ਤੁੱਲਣ ਵਾਲਿਆ, ਤੈਨੂੰ ਸੋਨੇ ਦਾ ਢੇਰ ਮਿਲ ਗਿਆ, ਤੂੰ ਖੁਸ਼ ਨਹੀਂ, ਤੂੰ ਉਹ ਚੀਜ਼ ਨੂੰ ਰੋ ਰਿਹਾ ਜਿਹੜੀ ਹੈ ਹੀ ਨਹੀਂ ਤੇਰੇ ਕੋਲ, ਅਤੇ ਜਿਹੜੀ ਤੈਨੂੰ ਮਿਲ ਵੀ ਨਹੀਂ ਸਕਦੀ, ਅਤੇ ਜੇ ਮਿਲ ਗਈ ਤਾਂ ਹਾਲ ਤੇਰਾ ਫਿਰ ਵੀ ਇਹੋ ਰਹਿਣਾ। ਤੋ ਇਸ ਭਾਵ ਵਿੱਚ ਉਦਾਹਰਣ ਦੇ ਰਹੇ ਨੇ, ਅੱਗੇ ਫਰਮਾਉਂਦੇ ਹਨ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਕੈਰੋਂ ਕੁਰੂ ਰਾਜ ਦੇ ਮਾਲਕ, ਸ਼ਹਿਜ਼ਾਦੇ, ਰਾਜਕੁਮਾਰ। ਦਿੱਲੀ ਦੇ ਆਸ-ਪਾਸ ਦਾ ਜਿਹੜਾ ਇਲਾਕਾ ਸੀ, ਕੁਰੂ ਵੰਸ਼ ਦਾ ਰਾਜ ਸੀ ਉੱਥੇ ਕੈਰੋਂ। ਇਹਨਾਂ ਦੀ ਪਾਂਡਵਾਂ ਦੇ ਨਾਲ ਬਹੁਤ ਘੋਰ ਜੰਗ ਹੋਈ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ। ਦੁਰਯੋਧਨ ਵਰਗੇ ਮਹਾਬਲੀ ਕੈਰਵਾਂ ਦੇ ਭਰਾ ਸਨ, ਕੈਰੋ ਸਨ। ਉਹ ਕੌਰਵ ਜਿਹੜੇ ਮੇਰੀ ਮੇਰੀ ਕਰਦੇ ਸਨ, ਭਾਵ ਹਉਮੈ ਹੰਕਾਰ ਨਾਲ ਭਰੇ ਹੋਏ, ਜਿਨ੍ਹਾਂ ਦੀ ਹਉਮੈ ਤੇ ਹੰਕਾਰ ਦੇ ਕਾਰਨ ਕੁਰੂਕਸ਼ੇਤਰ ਦਾ ਬੜਾ ਭਿਅੰਕਰ ਯੁੱਧ ਹੋਇਆ। ਹਉਮੈ ਦੇ ਕਾਰਨ ਹੋਇਆ ਵੀ ਦੂਜਿਆਂ ਨੂੰ ਹੱਕ ਦੇਣਾ ਨਹੀਂ, ਸਭ ਕੁਝ ਅਸੀਂ ਹਥਿਆ ਲੈਣਾ। ਉਹ ਸਾਰੀ ਇੱਕ ਪ੍ਰੋਪਰ ਕਥਾ ਹੈ, ਕਹਾਣੀ ਹੈ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੈ ਤਾ। ਇੱਕ ਜੋਜਨ ਦੇ ਵਿੱਚ 4 ਕੋਹ ਹੁੰਦੇ ਨੇ, ਅਤੇ ਇੱਕ ਕੋਹ ਦੇ ਵਿੱਚ ਤਕਰੀਬਨ ਥੋੜ੍ਹੇ ਜਿਹੇ ਫਰਕ ਨਾਲ, ਕੁਝ ਪੁਆਇੰਟ ਦੇ ਫਰਕ ਨਾਲ 2 ਕਿਲੋਮੀਟਰ ਹੁੰਦੇ ਨੇ, ਯਾਨੀ 48 ਕੋਹ ਤੇ 96 ਕਿਲੋਮੀਟਰ ਬਣ ਗਏ। 12 ਜੋਜਨ ਛਤਰ ਚਲੈ ਥਾ। ਕਹਿੰਦੇ ਨੇ 12 ਜੋਜਨ ਤੱਕ ਜਿਨ੍ਹਾਂ ਦੀ ਫੌਜ ਦਾ ਖਲਾਰਾ ਸੀ, ਜਦੋਂ ਕੁਰੂਕਸ਼ੇਤਰ 'ਚ ਲੜਨ ਆਏ, ਤੇ ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁੱਲ ਰਹੇ ਸਨ। ਅਖੀਰ ਕੀ ਹੋਇਆ? ਜਦੋਂ ਕੁਰੂਕਸ਼ੇਤਰ ਦੀ ਜੰਗ ਹੋਈ, ਬੜੀ ਭਿਅੰਕਰ ਜੰਗ, ਉਹਦੇ ਵਿੱਚ ਕਿੰਨੇ ਕੈਰੋਂ ਮੌਤ ਦੇ ਘਾਟ ਉਤਰ ਗਏ, ਅਤੇ ਉਹਨਾਂ ਦੀ ਦੇਹੀ ਜਿਹੜੀ ਹੀਰੇ ਜਵਾਹਰਾਤਾਂ ਨਾਲ ਲੱਦੀ ਹੋਈ, ਸੋਹਣੇ ਕੱਪੜਿਆਂ ਨਾਲ ਸਜੀ ਹੋਈ, ਜਿਹਦੇ ਸਿਰ 'ਤੇ ਛਤਰ ਸਨ, ਗਿਰਜਾਂ ਮਾਸ ਨੋਚ ਨੋਚ ਕੇ, ਜੰਗਾਂ 'ਚ ਬਾਅਦ 'ਚ ਇਹੋ ਕੁਝ ਹੁੰਦਾ, ਕੁੱਤੇ, ਇੱਲਾਂ, ਕਾਂ, ਗਿਰਜਾਂ ਮਾਸ ਨੋਚ ਨੋਚ ਕੇ ਖਾਂਦੇ ਨੇ। ਕਹਿੰਦੇ ਫਿਰ ਇਹ ਹਸ਼ਰ ਹੋਇਆ, ਮਿੱਟੀ 'ਚ ਮਿਲ ਗਏ। ਕਿੱਧਰ ਗਿਆ ਉਹ ਗਰੂਰ? ਜਿਸ ਗਰੂਰ ਦੇ ਸਿਰ 'ਤੇ ਐਡਾ ਵੱਡਾ ਕਲੇਸ਼ ਸਿਰਜ ਲਿਆ, ਸੈਂਕੜੇ ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰ ਗਏ। ਪ੍ਰਾਪਤੀ ਕੀ ਹੋਈ? ਹਉਮੈ ਨੇ ਲਿਆ ਕੇ ਕਿੰਨੇ ਕੁਥਾਏ ਜਗ੍ਹਾ ਸੁੱਟਿਆ ਵੀ ਖੁਦ ਦੇ ਸਰੀਰ ਵੀ ਗਿਰਜਾਂ ਦੀ ਖੁਰਾਕ ਬਣ ਗਏ, ਅਤੇ ਲੱਭਿਆ ਉਹਦੇ 'ਚੋਂ ਕੁਝ ਵੀ ਨਹੀਂ। ਹਉਮੈ ਦੇ ਬੇਸ 'ਤੇ ਬੰਦਾ ਦੁਨੀਆ ਅੰਦਰ ਏਡੇ ਏਡੇ ਕਲੇਸ਼ ਸਿਰਜ ਲੈਂਦਾ। ਅੱਗੇ ਆਖਦੇ ਹਨ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਸੋਇਨ ਸ਼ਬਦ ਹੈ, ਇਹਨੂੰ ਹੋੜਾ ਵੀ ਲੱਗਾ ਅਤੇ ਔਂਕੜ ਵੀ ਲੱਗਾ। ਅਸਲ ਸ਼ਬਦ ਹੈ ਸੋਇਨ, ਪਰ ਕਾਵ ਉਕਤੀ ਦੇ ਮੁਤਾਬਕ ਇਹਦਾ ਔਂਕੜ ਬੋਲਿਆ ਜਾਣਾ। ਸਰਬ ਸੋਇਨ ਕੀ ਲੰਕਾ ਹੋਤੀ, ਜਿਸ ਦੀ ਸਾਰੀ ਲੰਕਾ ਸ਼ਹਿਰ ਕਥਿਆ ਜਾਂਦਾ। ਇਹ ਜਿਹੜੀਆਂ ਚੀਜ਼ਾਂ ਨੇ ਪੁਰਾਣਕ ਕਥਾਵਾਂ ਦੇ ਹਵਾਲੇ ਨੇ ਜੋ ਭਗਤ ਜੀ ਨੇ ਦਿੱਤੇ। ਜਿਸ ਦੀ ਸਾਰੀ ਲੰਕਾ ਸ਼ਹਿਰ ਹੀ ਸੋਨੇ ਦਾ ਸੀ, ਕਹਿੰਦੇ ਹਨ। ਰਾਵਣ ਸੇ ਅਧਿਕਾਈ, ਰਾਵਣ ਵਰਗੇ ਬੜੇ ਬਲੀ, ਤਾਕਤਵਰ, ਗਿਆਨੀ ਪੁਰਸ਼। ਰਾਵਣ ਦੀਆਂ ਕੁਝ ਖੂਬੀਆਂ ਵੀ ਗਿਣੀਆਂ ਨੇ ਗ੍ਰੰਥਾਕਾਰਾਂ। ਕਹਿੰਦੇ ਉਹ 4 ਵੇਦਾਂ ਦਾ ਗਿਆਤਾ ਸੀ, ਇਹਦਾ ਮਤਲਬ ਗਿਆਨੀ ਬੰਦਾ ਸੀ ਨਾ। ਕਾਲ ਨੂੰ ਪਾਵੇ ਨਾਲ ਬੰਦਾ, ਭਾਵ ਇਸ ਵੀ ਮੌਤ ਉੱਤੇ ਉਹਨੇ ਫਤਿਹ ਹਾਸਲ ਕੀਤੀ। ਮੌਤ ਦਾ ਭੈ ਉਹਨੂੰ ਨਹੀਂ ਸੀ। ਅਮੀਰੀ ਸੀ, ਵੱਡਾ ਪਰਿਵਾਰ ਸੀ, ਸਾਰਾ ਕੁਝ, ਪਰ ਗਰੂਰ ਨੇ ਉਸ ਦੀ ਮੱਤ ਮਾਰੀ। ਦੂਸਰੇ ਦੀ ਇੱਜ਼ਤ ਨੂੰ ਉਸਨੇ ਹਥਿਆਇਆ। ਹਉਮੈ ਹੰਕਾਰ ਦਾ ਸਦਕਾ ਕਲੇਸ਼ ਪੈਦਾ ਹੋਇਆ। ਘਰ ਦੇ ਭੇਤੀ ਵਿਭੀਸ਼ਣ ਨੇ ਉਹਦੀ ਲੰਕਾ ਨੂੰ ਤਬਾਹ ਕਰਨ ਵਿੱਚ ਰਾਮਚੰਦਰ ਜੀ, ਲਛਮਣ ਅਤੇ ਵਾਨਰ ਸੈਨਾ ਦੀ ਮਦਦ ਕੀਤੀ, ਅਤੇ ਅਖੀਰ ਸਭ ਕੁਝ ਸਰਵਨਾਸ਼ ਹੋ ਗਿਆ। ਸਰਬ ਸੋਇਨ ਕੀ ਲੰਕਾ ਹੋਤੀ,
ਰਾਵਣ ਸੇ ਅਧਿਕਾਈ ਕਹਾ ਭਇਓ ਦਰ ਬਾਂਧੇ ਹਾਥੀ। ਫਿਰ ਆਖਦੇ ਨੇ ਖਿਨ ਮੈਂ ਭਈ ਪਰਾਈ। ਜਿਸ ਦੇ ਦਰਵਾਜ਼ੇ ਤੇ ਹਾਥੀ ਬੰਧੇ ਹੋਏ ਝੰਗਾੜਦੇ ਸਨ। ਹਾਥੀ ਰੱਖਣਾ ਬੜੀ ਅਮੀਰੀ ਦੀ ਨਿਸ਼ਾਨੀ ਹੁੰਦੀ। ਹਾਥੀ ਨੂੰ ਪਾਲਣ ਵਾਸਤੇ ਬਹੁਤ ਖੁਰਾਕ ਚਾਹੀਦੀ ਹੈ। ਉਹਨੂੰ ਸਾਂਭਣ ਵਾਸਤੇ ਕੋਈ ਗਰੀਬ ਬੜਾ ਬੰਦਾ ਜਿਹਦੀ ਆਪਣੀ ਰੋਟੀ ਨਹੀਂ ਪੱਕਦੀ, ਉਹ ਹਾਥੀ ਥੋੜ੍ਹਾ ਪਾਲ ਲਏਗਾ। ਹਾਥੀ ਰੱਖਣਾ ਅਮੀਰੀ ਦੀ ਨਿਸ਼ਾਨੀ, ਕਿਉਂਕਿ ਹਾਥੀ ਨੂੰ ਪਾਲਣ ਲਈ ਖੁਰਾਕ ਅਤੇ ਉਚੇਚਾ ਟਰੀਟਮੈਂਟ ਚਾਹੀਦਾ। ਉਹੀ ਕਰੇਗਾ ਜਿਹੜਾ ਅਫੋਰਡ ਕਰ ਸਕਦਾ। ਤਾਂ ਇਹਦਾ ਭਾਵ ਹੈ ਵੀ ਵੱਡੀਆਂ ਸਵਾਰੀਆਂ ਦਾ ਮਾਲਕ ਰਾਵਣ। ਅਖੀਰ 'ਤੇ ਕੀ ਹੋਇਆ? ਖਿਨਮੈ ਭਈ, ਸਾਰਾ ਕੁਝ ਪ੍ਰਾਣ ਨਿਕਲ ਗਏ, ਜੰਗ ਹਾਰ ਗਿਆ ਅਤੇ ਉਹ ਸਾਰਾ ਕੁਝ ਪਰਾਇਆ ਹੋ ਗਿਆ, ਕਿਸੇ ਦਾ ਹੋ ਗਿਆ। ਅਖੀਰਲੀ ਉਦਾਹਰਣ ਵਿੱਚ ਕਹਿੰਦੇ ਹਨ, ਦੁਰਭਾਸ਼ਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਇੱਕ ਰਿਸ਼ੀ ਦਾ ਨਾਮ ਹੈ, ਬੜਾ ਕ੍ਰੋਧੀ ਸੀ। ਗੱਲ ਗੱਲ ਦੇ ਉੱਤੇ ਦੂਜਿਆਂ ਨੂੰ ਸ਼ਰਾਪ ਦੇ ਦਿੰਦਾ ਸੀ। ਹੰਕਾਰੀ ਸੀ, ਕ੍ਰੋਧੀ ਸੀ। ਪਰ ਉਹ ਕ੍ਰੋਧੀ ਆਦਮੀ ਜਿਹੜਾ ਹੈ, ਦੁਰਭਾਸ਼ਾ ਰਿਸ਼ੀ, ਇੱਕ ਜਗ੍ਹਾ 'ਤੇ ਬੈਠਾ, ਕਹਿੰਦੇ ਆਪਣਾ ਕੋਈ ਤਪ ਕਰ ਰਿਹਾ, ਜੋ ਕਥਾ ਵਿੱਚ ਹੈ। ਜਾਦਵ ਕੁੱਲ ਦੇ, ਕ੍ਰਿਸ਼ਨ ਜੀ ਦੀ ਕੁੱਲ ਦੇ ਨੌਜਵਾਨ ਬੱਚੇ ਉੱਥੇ ਖੇਡ ਰਹੇ। ਨੌਜਵਾਨ ਅਠਖੇਲੀਆਂ ਕਰਦੇ, ਮਸਤੀਆਂ ਮਾਰਦੇ। ਉਹਨਾਂ ਨੇ ਆਖਿਆ ਚਲੋ ਇਹਨੂੰ ਤੰਗ ਕਰਦੇ ਹਾਂ। ਇੱਕ ਮੁੰਡੇ ਦੇ ਢਿੱਡ ਦੇ ਉੱਤੇ ਪੁੱਠਾ ਭਾਂਡਾ ਬੰਨ੍ਹ ਕੇ ਨਾ, ਲੋਹੇ ਦਾ, ਜਿਵੇਂ ਗਰਭਵਤੀ ਔਰਤ ਦਾ ਹੁੰਦਾ ਪੇਟ, ਇਸ ਤਰ੍ਹਾਂ ਉਹਦੇ ਸਾਹਮਣੇ ਲਿਜਾ ਕੇ ਕਹਿੰਦੇ ਤੁਸੀਂ ਜਾਣੀ ਜਾਣ ਪੁਰਖ ਹੋ, ਦੱਸੋ ਇਹਨੂੰ ਮੁੰਡਾ ਹੋਏਗਾ ਕਿ ਕੁੜੀ ਹੋਏਗੀ? ਕਥਾ ਦੇ ਵਿੱਚ ਇਸ ਤਰ੍ਹਾਂ ਲਿਖਿਆ। ਉਹਨੂੰ ਗੁੱਸਾ ਆਇਆ। ਉਸਨੇ ਆਖਿਆ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੇਗਾ। ਉਹਨਾਂ ਨੂੰ ਮੁੰਡਿਆਂ ਨੂੰ ਡਰ ਲੱਗਿਆ। ਜਾਦਵ ਕੁੱਲ ਦੇ ਸਨ, ਵਿਗੜੇ ਹੋਏ ਮੁੰਡੇ। ਉਹਨਾਂ ਨੇ ਉਸ ਬਾਟੀ ਨੂੰ, ਜਿਹੜੀ ਲੋਹੇ ਦਾ ਭਾਂਡਾ ਸੀ, ਉਹਨੂੰ ਘਸਾ ਕੇ ਵੀ ਇਹਦਾ ਨਾਮੋ ਨਿਸ਼ਾਨ ਹੀ ਮਿਟਾ ਦਈਏ, ਇਹਦੀ ਗੱਲ ਜ਼ਰੂਰ ਸੱਚੀ ਹੋਏਗੀ। ਸੋ ਉਸ ਕਥਾ ਦੇ ਵਿੱਚ ਲਿਖਿਆ ਵੀ ਉਹ ਸਾਰਾ ਉਹਨਾਂ ਨੇ ਪੱਥਰ 'ਤੇ ਘਸਾ ਕੇ ਉਹ ਭਾਂਡਾ ਜਿਹੜਾ, ਜਦੋਂ ਅਖੀਰ 'ਤੇ ਕਿੰਕਰ ਜੀ ਰਹਿ ਗਈ ਲੋਹੇ ਦੀ, ਤਾਂ ਉਹ ਪਾਣੀ 'ਚ ਸੁੱਟ ਦਿੱਤੀ, ਦਰਿਆ 'ਚ। ਜਿੱਥੇ ਉਹ ਭਾਂਡਾ ਘਸਾਇਆ ਸੀ ਉਸੇ ਸਿਰ ਕੰਡਾ ਪੈਦਾ ਹੋ ਗਿਆ, ਅਤੇ ਉਹ ਜਿਹੜੀ ਕਿੰਕਰ ਸੀ ਉਹ ਮੱਛੀ ਨੇ ਨਿਗਲ ਲਈ। ਹੁਣ ਕਥਾ ਲਿਖਣ ਵਾਲੇ ਵੇਖੋ ਕਿਸ ਹਿਸਾਬ ਨਾਲ ਅੱਗੇ ਤੋਂ ਅੱਗੇ ਕਥਾ ਲਿਖਦੇ ਨੇ। ਉਹੀ ਨੌਜਵਾਨ ਬੱਚੇ ਵੱਡੇ ਹੋਏ, ਸ਼ਰਾਬ ਪੀ ਕੇ ਮਸਤੀਆਂ ਕਰ ਰਹੇ ਸਨ, ਅਤੇ ਕਾਹ ਸੋਹਣੀ ਹੋ ਗਈ ਅਤੇ ਲੜਾਈ ਹੋ ਗਈ। ਉਹ ਸਰਕੰਡੇ ਦੇ ਤੀਰ ਬਣਾ ਕੇ ਉਹਨਾਂ ਇੱਕ ਦੂਜੇ ਨੂੰ ਵਿੰਨ੍ਹਿਆ ਅਤੇ ਮਾਰਿਆ, ਅਤੇ ਸਾਰੇ ਦੇ ਸਾਰੇ ਇੱਕ ਦੂਜੇ ਨੂੰ ਮਾਰ ਕੇ ਮਰ ਗਏ। ਇੱਕ ਸ਼ਿਕਾਰੀ ਜਿਹੜਾ ਬਦਕ, ਮੱਛੀਆਂ ਫੜਨ ਵਾਲਾ ਜਿਹੜਾ ਹੁੰਦਾ ਝੀਵਰ, ਉਹਨੇ ਮੱਛੀ ਫੜੀ ਅਤੇ ਮੱਛੀ ਦਾ ਪੇਟ ਚਾਕ ਕੀਤਾ, ਉਹਦੇ ਵਿੱਚੋਂ ਲੋਹੇ ਦੀ ਉਹ ਕਿੰਕਰ ਨਿਕਲੀ ਜਿਹੜੀ ਉਹਨਾਂ ਨੇ ਸੁੱਟੀ ਸੀ, ਜਿਹੜੀ ਮੱਛੀ ਨੇ ਨਿਗਲ ਲਈ ਸੀ। ਉਹਨੂੰ ਉਹਨੇ ਤੀਰ ਦੀ ਮੁਖੀ ਦੇ ਉੱਤੇ ਚੜ੍ਹਾ ਲਿਆ, ਉਹਦਾ ਤੀਰ ਬਣਾਇਆ। ਕ੍ਰਿਸ਼ਨ ਜੀ ਜੰਗਲ ਵਿੱਚ ਆਰਾਮ ਕਰ ਰਹੇ ਸਨ, ਅਤੇ ਉਹਨਾਂ ਦੇ ਪੈਰ ਦੇ ਪਦਮ ਦਾ ਲਿਸ਼ਕਾਰਾ ਪਿਆ। ਉਹਨੂੰ ਲੱਗਿਆ ਕੋਈ ਹਿਰਨ ਦੀ ਅੱਖ ਹੈ। ਉਹਨੇ ਤੀਰ ਛੱਡਿਆ ਅਤੇ ਕ੍ਰਿਸ਼ਨ ਜੀ ਦੇ ਪੈਰ 'ਚ ਵੱਜਾ, ਜਿਹਦਾ ਕਰਕੇ ਕ੍ਰਿਸ਼ਨ ਦੁਨੀਆ ਵਿੱਚੋਂ ਚਲਾਣਾ ਕਰ ਗਿਆ। ਤੋ ਕਥਾ ਵਿੱਚ ਲਿਖਿਆ ਹੈ ਕਿ ਦੁਰਭਾਸ਼ਾ ਦੇ ਸ਼ਰਾਪ ਕਾਰਨ ਯਾਦਵ ਕੁੱਲ ਦਾ ਨਾਸ਼ ਹੋਇਆ। ਸਾਰੀ ਦੀ ਸਾਰੀ ਕੁੱਲ ਖਤਮ ਹੋ ਗਈ ਸਮੇਤ ਕ੍ਰਿਸ਼ਨ ਜੀ ਦੇ। ਭਗਤ ਨਾਮਦੇਵ ਸਾਹਿਬ ਨੇ ਉਸ ਕਥਾ ਦਾ ਹਵਾਲਾ ਮਾਤਰ ਦਿੱਤਾ ਹੈ, ਅਤੇ ਇਸ ਕਰਕੇ ਦਿੱਤਾ ਵੀ ਲੋਕਾਂ ਨੂੰ ਅਸਲ ਗੱਲ ਸਮਝ ਵਿੱਚ ਆਏ ਵੀ ਦੁਰਭਾਸ਼ਾ ਸਿਉ ਕਰਤ ਠਗੌਰੀ। ਠਗੌਰੀ ਦਾ ਮਤਲਬ ਹੁੰਦਾ ਹੈ ਠੱਗੀ ਠੋਰੀ, ਚਲਾਕੀ, ਚੁਸਤੀ, ਹੰਕਾਰ ਭਰੀ ਗੱਲ ਕਰਦਿਆਂ ਜਾਦਵ ਇਹ ਫਲ ਪਾਏ। ਚਲਾਕੀ ਕੀਤੀ, ਹੰਕਾਰ ਕੀਤਾ, ਉਹਨੂੰ ਡਿਸਟਰਬ ਕੀਤਾ, ਉਹਦੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਕੀਤੀ ਧੱਕੇ ਨਾਲ, ਅਤੇ ਫਲ ਕੀ ਪਾਇਆ? ਜਾਦਵ ਇਹ ਫਲ ਪਾਏ। ਅਖੀਰ ਜਾਦਵਾਂ ਦੀ ਕੁੱਲ ਘਾਤ ਹੋ ਗਈ। ਭਾਵ ਸੁਖੀ ਰਹੋ ਅਤੇ ਸੁਖੀ ਵਸੋ, ਇਹ ਉਪਦੇਸ਼ ਦਿੱਤਾ ਹੈ ਭਗਤ ਜੀ ਨੇ। ਦੂਜੇ ਦੇ ਜੀਵਨ ਵਿੱਚ ਖਲਲ ਪੈਦਾ ਕਰਨ ਦਾ ਯਤਨ ਨਾ ਕਰੋ। ਅਗਲਾ ਚਿੜ ਜਾਏ, ਵੈਰ ਕੱਢਣ 'ਤੇ ਆ ਜਾਏ, ਅਤੇ ਉਹ ਤੁਹਾਨੂੰ ਦੁੱਗਣੀ ਸਪੀਡ ਦੇ ਨਾਲ, ਦੁੱਗਣੀ ਤਾਕਤ ਦੇ ਨਾਲ ਫਿਰ ਭਾਜੀ ਬੋੜਦਾ। ਇਸ ਚੀਜ਼ ਤੋਂ ਵੀ ਬਚੋ ਜੀਵਨ ਅੰਦਰ। ਫਿਰ ਫਰਮਾਉਂਦੇ ਨੇ, ਕਿਰਪਾ ਕਰੀ ਜਾਨੇ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਨਾਮਦੇਵ ਜੀ ਆਖਦੇ ਨੇ, ਮੇਰੇ ਉੱਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ। ਮੈਨੂੰ ਇਹੋ ਜਿਹੀਆਂ ਚਲਾਕੀਆਂ, ਚੁਸਤੀਆਂ, ਹੰਕਾਰ, ਹਉਮੈ, ਗਰੂਰ, ਇਹਨਾਂ ਸਭਨਾਂ ਚੀਜ਼ਾਂ ਤੋਂ ਬਚਾ ਲਿਆ। ਨਾਮ ਦਿਓ ਕੇਵਲ ਪਰਮੇਸ਼ਰ ਹਰੀ ਵਾਹਿਗੁਰੂ ਦੇ ਗੁਣ ਹੀ ਗਾਉਂਦਾ। ਇਹ ਉਦਾਹਰਨਾਂ ਦੇ ਕੇ ਭਗਤ ਜੀ ਇਹ ਵੀ ਕਹਿਣਾ ਚਾਹੁੰਦੇ ਨੇ, ਜਿਹੜੇ ਸਦੀਆਂ ਤੋਂ ਉਦਾਹਰਨਾਂ ਕਥਾਵਾਂ ਪੜ੍ਹ ਰਹੇ ਨਾ, ਸਿੱਖਦੇ ਕੁਝ ਨਹੀਂ, ਚਲਾਕੀ ਫਿਰ ਨਹੀਂ ਛੱਡਦੇ।
ਚੁਸਤੀਆਂ ਚੋਂ ਬਾਹਰ ਨਹੀਂ ਆਉਂਦੇ, ਹਉਮੈ ਹੰਕਾਰ ਦਾ ਖਹਿੜਾ ਨਹੀਂ ਛੱਡਦੇ, ਤੇ ਇਹਨਾਂ ਸਾਖੀਆਂ ਤੇ ਕਥਾਵਾਂ ਨੂੰ ਪੜ੍ਹਦੇ ਵੀ ਨੇ, ਸੁਣਦੇ ਵੀ ਨੇ ਤੇ ਮੰਨਦੇ ਵੀ ਨੇ। ਪਰ ਨਾਮਦੇਵ ਸਾਹਿਬ ਕਹਿੰਦੇ ਮੈਂ ਭਾਗਸ਼ਾਲੀ ਹਾਂ, ਉੱਚੇ ਭਾਗਾਂ ਵਾਲਾ ਹਾਂ, ਮੈਂ ਆਪਣੇ ਆਪ ਨੂੰ ਚੰਗਾ ਸਮਝਦਾ ਇਸ ਕਰਕੇ ਵੀ ਮੈਂ ਪਰਮੇਸ਼ਰ ਦੇ ਗੁਣਾਂ ਨਾਲ ਜੁੜ ਕੇ ਉਹਨਾਂ ਸਾਰੇ ਔਗਣਾਂ ਤੋਂ ਮੁਕਤ ਹੋ ਗਿਆ ਜਿਹੜੇ ਔਗਣਾਂ ਦਾ ਇਹਨਾਂ ਕਥਾਵਾਂ ਦੇ ਰਾਹੀਂ ਜ਼ਿਕਰ ਭਗਤ ਜੀ ਨੇ ਕੀਤਾ ਹੈ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।